ਰੋਹੀ ਦਾ ਫੁੱਲ ਸੂਬੇਦਾਰ ਸ਼ਿਵ ਸਿੰਘ ਦੀ ਸਵੈ ਜੀਵਨੀ ਦੇ ਦੂਜੇ ਭਾਗ ਦੇ ਪਹਿਲੇ ਅਧਿਆਇ ਦਾ ਦੂਜਾ ਹਿੱਸਾ। ਜਬ ਆਪਣੇ ਹੋਏ ਪਰਾਏ ਉਮਰ ਭਰ ਦੀ ਤਰਾਸਦੀ। ਮੇਰੇ ਸਹੁਰੇ ਨਾਲ ਹੋਈ ਬਦਸਲੂਕੀ ਬੰਤੀ ਦੇ ਵੱਸ ਵਾਲੀ ਗੱਲ ਨਹੀਂ। ਇਸ ਦਾ ਪਿਛਲਾ ਖੂਨ ਹੀ ਐਸਾ ਸੀ। ਇਸ ਗੱਲ ਦਾ ਮੈਨੂੰ ਉਦੋਂ ਪਤਾ ਲੱਗਿਆ ਜਦੋਂ ਮੈਂ 1962-63 ਵੇਲੇ ਛੁੱਟੀ ਆ ਕੇ ਇਕੱਲਾ ਸਹੁਰੇ ਪਿੰਡ ਸੁੰਨੜੀ ਗਿਆ ਸਾਂ। ਜਦੋਂ ਮੈਂ ਸੁੰਨੜਾਂ ਦੇ ਨੇੜੇ ਪੁੱਜਾ ਤਾਂ ਰਾਹ ਦੇ ਨੇੜੇ ਦੋਨੋਂ ਪਾਸੇ ਕੰਮ ਕਰਦੇ ਮੇਰੇ ਜਾਣੂ ਮੇਰੇ ਕੋਲ ਆ ਕੇ ਦੱਸਣ ਲੱਗ ਪਏ ਕਿ ਤੇਰੀ ਸੱਸ ਤੇ ਸਾਲਿਆਂ ਨੇ ਤੇਰੇ ਸਹੁਰੇ ਗੁਰਬਚਨ ਸਿੰਘ ਨੂੰ ਗੁਰਦੁਆਰੇ ਨੇੜਲੇ ਨਿੰਮ ਵਾਲੇ ਥੜੇ ਉੱਤੇ ਬੈਠੇ ਮੁਰੱਬੇਬੰਦੀ ਦੀਆਂ ਅਪੀਲਾਂ ਸੁਣਨ ਵਾਲੇ ਅਫਸਰਾਂ ਤੇ ਪਿੰਡ ਵਾਸੀਆਂ ਦੇ ਸਾਹਮਣੇ ਹੀ ਰਾਹ ਵਿੱਚ ਦਾੜੀ ਕੇਸਾਂ ਤੋਂ ਫੜ ਕੇ ਢਾਲਿਆ ਸੀ ਤੇ ਬੁਰੀ ਤਰ੍ਹਾਂ ਬਜ਼ੁਰਗ ਨੂੰ ਕੁੱਟਿਆ ਸੀ। ਤਦ ਹਾਹਾਕਾਰ ਮੱਚੀ ਤੋਂ ਲੋਕਾਂ ਨੇ ਗੁਰਬਚਨ ਸਿੰਘ ਨੂੰ ਬੜੀ ਮੁਸ਼ਕਲ ਨਾਲ ਛੁਡਵਾਇਆ ਤੇ ਘਰਦਿਆਂ ਨੂੰ ਬਹੁਤ ਬੁਰਾ ਭਲਾ ਬੋਲਿਆ ਸੀ। ਮਸਲਾ ਜ਼ਮੀਨ ਦੀ ਮੁਰੱਬਾਬੰਦੀ ਦਾ ਸੀ। ਉਸ ਤੋਂ ਮਗਰੋਂ ਮੇਰਾ ਸਹੁਰਾ ਕਈ ਵਾਰ ਨੇੜੇ ਵਗਦੀ ਬਲੇਰਾਂ ਵਾਲੀ ਸੜਕ ਵੱਲ ਖੁਦਕੁਸ਼ੀ ਕਰ ਲੈਣ ਵਾਸਤੇ ਜਾਂਦਾ ਰਿਹਾ ਸੀ, ਪਰ ਘਰ ਵਾਲੇ ਮੋੜ ਕੇ ਲੈ ਆਉਂਦੇ ਰਹੇ ਸੀ ਤੇ ਨਜ਼ਰ ਵੀ ਰੱਖਦੇ ਰਹਿੰਦੇ ਸੀ। ਮੇਰੀ ਸੱਸ ਪ੍ਰੀਤਮ ਕੌਰ ਮੁੰਡਿਆਂ ਕੋਲੋਂ ਨੂੰਹਾਂ ਨੂੰ ਬਹੁਤ ਕੁਟਵਾਉਂਦੀ ਹੁੰਦੀ ਸੀ। ਬਿੱਕਰ ਆਪਣੀ ਪਤਨੀ ਗੁਰਮੀਤ ਕੌਰ ਨੂੰ ਘੱਟ, ਪਰ ਅੰਬੂ ਆਪਣੀ ਪਤਨੀ ਜੋਗਿੰਦਰ ਕੌਰ ਨੂੰ ਬਹੁਤ ਕੁੱਟਦਾ ਰਹਿੰਦਾ ਸੀ। ਪੁੱਤਰ ਮਾਂ ਦੇ ਆਖੇ ਲੱਗ ਕੇ ਇਸ ਤਰ੍ਹਾਂ ਕਰਦੇ ਸੀ। ਜਦੋਂ ਅੰਬੂ ਨੂੰ ਮਾਂ ਦੇ ਝੂਠ ਤੇ ਚਲਾਕੀ ਦਾ ਪਤਾ ਲੱਗਿਆ ਤਾਂ ਅੰਬੂ ਆਪਣੀ ਮਾਂ ਨੂੰ ਕੁੱਟਣ ਲੱਗ ਪਿਆ ਸੀ, ਜਿਸ ਨੂੰ ਨਾ ਕੁੱਟਣ ਬਾਰੇ ਮੈਂ ਸਮਝਾਇਆ ਸੀ। ਮੈਨੂੰ ਆਪਣਾ ਘਰ ਪਰਿਵਾਰ ਹੀ ਬੇਗਾਨਾ ਲੱਗਣ ਲੱਗ ਪਿਆ ਸੀ। ਜਬ ਆਪਣੇ ਹੋਏ ਪਰਾਏ ਇਸ ਮੇਰੇ ਨਾਲ ਹੋਈ ਬਦਸਲੂਕੀ ਤੋਂ ਮਗਰੋਂ ਮੈਂ ਦਿਨ ਵੇਲੇ ਸੋਹਣ ਦੇ ਘਰ ਤੇ ਰਾਤ ਨੂੰ ਆਪਣੇ ਘਰ ਆ ਜਾਂਦਾ ਸੀ। ਤਦ ਖੜਕੂਬਾਦ ਵੇਲੇ ਮੇਰੀ ਨੂੰਹ ਬਲਜੀਤ ਕੌਰ ਦੇ ਮਾਮੇ ਸਰਦਾਰ ਪ੍ਰੀਤਮ ਸਿੰਘ ਪਿੰਡ ਚੱਕ ਮੁਗਲਾਣੀ ਦੀ ਕੋਠੀ ਵਿੱਚੋਂ ਕੁਝ ਲੁਟੇਰੇ ਉਸ ਦਾ ਪਿਸਤੌਲ ਤੇ ਦੁਨਾਲੀ ਬੰਦੂਕ ਜੋ ਲਾਇਸੈਂਸੀ ਹਥਿਆਰ ਸਨ ਲੁੱਟ ਕੇ ਲੈ ਗਏ ਸਨ। ਤਦ ਮੈਂ ਉਸ ਦੀ ਖਬਰ ਲੈਣ 15/9/1987 ਨੂੰ ਉੱਥੇ ਗਿਆ ਤਾਂ ਉਹ ਦਿਨ ਖੜਕੂਬਾਦ ਦੇ ਹੋਣ ਕਰਕੇ ਉਸ ਦੇ ਕਹਿਣ 'ਤੇ ਮੈਂ ਉਸ ਪਰਿਵਾਰ ਦੀ ਰਾਖੀ ਵਾਸਤੇ ਉੱਥੇ ਹੀ 10/10/1988 ਤੱਕ ਰਿਹਾ ਤੇ ਫਿਰ ਵਾਪਸ ਆ ਗਿਆ ਸਾਂ। ਪਰ ਮੇਰੇ ਆਪਣੇ ਪਰਿਵਾਰ ਵਿੱਚ ਕੋਈ ਤਬਦੀਲੀ ਨਾ ਦੇਖ ਕੇ ਫਿਰ ਮੈਂ ਉੱਥੇ 4/2/1999 ਤੋਂ 20/4/1990 ਤੱਕ ਰਿਹਾ। ਹੁਣ ਮੇਰਾ ਦਿਲ ਉਖੜ ਚੁੱਕਾ ਸੀ। ਮੈਨੂੰ ਇਵੇਂ ਲੱਗਦਾ ਸੀ ਜਿਵੇਂ ਰੱਬ ਵੀ ਮੇਰੇ ਨਾਲ ਰੁੱਸ ਗਿਆ ਹੋਵੇ। ਮੇਰਾ ਕਿਤੇ ਵੀ ਦਿਲ ਨਹੀਂ ਲੱਗਦਾ ਸੀ। ਮੈਂ ਤਾਂ ਪਹਿਲੋਂ ਹੀ ਮਿਲਟਰੀ ਵਿੱਚੋਂ ਹੋਏ ਕੋਰਟ ਮਾਰਸ਼ਲ ਦਾ ਬੁਰੀ ਤਰ੍ਹਾਂ ਝੰਬਿਆ ਹੋਇਆ ਹੋਣ ਕਰਕੇ ਬਲੱਡ ਪ੍ਰੈਸ਼ਰ ਦਾ ਮਰੀਜ਼ ਬਣਨ ਤੋਂ ਮਗਰੋਂ ਦਿਲ ਦਾ ਮਰੀਜ਼ ਵੀ ਬਣ ਚੁੱਕਿਆ ਸਾਂ। ਇਸ ਸਮੇਂ ਵਿੱਚ ਬੰਤੀ ਨੇ ਮੇਰੀ ਪਰਵਾਹ ਨਾ ਕਰਕੇ ਮੇਰੀ ਸਲਾਹ ਤੋਂ ਬਗੈਰ ਹੀ ਜਸਵਿੰਦਰ ਸਿੰਘ ਤੀਸਰੇ ਪੁੱਤਰ ਨੂੰ ਕੈਪਟਨ ਸੁਰਜਨ ਸਿੰਘ ਦੇ ਸਾਂਢੂ ਹੇਰਾਂ ਵਾਲੇ ਬੰਤ ਸਿੰਘ ਦੀ ਵੱਡੀ ਲੜਕੀ ਜਸਵੀਰ ਕੌਰ ਨਾਲ ਮੰਗ ਲਿਆ ਸੀ। ਮੈਂ ਉੱਤਰ ਪ੍ਰਦੇਸ਼ ਨੂੰ ਚਲਿਆ ਗਿਆ ਸਾਂ। ਮੇਰਾ ਦਿਲ ਕਿਤੇ ਵੀ ਨਾ ਖੜਾਉਂਦਾ ਹੋਣ ਕਰਕੇ ਮੈਂ ਭਟਕਦਾ ਫਿਰਦਾ ਹੋਣ ਕਰਕੇ 15/10/1990 ਨੂੰ ਮੈਂ ਘਰੋਂ ਯੂਪੀ ਨੂੰ ਪੁਰਾਣੇ ਫੌਜੀ ਯਾਰ ਸਵਰਨ ਸਿੰਘ ਕੋਲ ਬਸਤੀ ਸ਼ਹਿਰ ਵਿਖੇ ਚਲਾ ਗਿਆ ਸੀ ਤਾਂ ਕਿ ਬਚੀ ਖੁਚੀ ਜ਼ਿੰਦਗੀ ਘਰੋਂ ਬਾਹਰ ਜੇ ਗੁਜ਼ਰ ਸਕੇ। ਇੱਥੇ ਮੈਂ ਪਹਿਲੋਂ ਵੀ ਇੱਕ ਵਾਰ ਪਿਤਾ ਦੀ ਮੌਤ ਤੋਂ ਮਗਰੋਂ ਉਦਾਸ ਹੋ ਕੇ 7/7/1982 ਤੋਂ 6/9/1982 ਤੱਕ ਰਿਹਾ ਸੀ। ਇੱਥੇ ਬਹੁਤ ਸਾਰੇ ਸਾਬਕਾ ਫੌਜੀ ਇਕੱਠੇ ਹੋ ਜਾਂਦੇ ਹੋਣ ਕਰਕੇ ਸਾਰੇ ਮੇਰੇ ਦੋਸਤ ਹੀ ਬਣ ਗਏ ਸੀ। ਹੁਣ ਇੱਥੇ ਮੇਰਾ ਦਿਲ ਲੱਗ ਗਿਆ ਹੋਣ ਕਰਕੇ ਮੈਂ ਹੁਣ ਦਿਲ ਦੇ ਮਰੀਜ਼ ਤੋਂ ਵੀ ਠੀਕ ਹੋ ਗਿਆ ਸੀ ਤੇ ਪਰਿਵਾਰ ਦੇ ਕਲੇਸ਼ ਵਿੱਚੋਂ ਨਿਕਲ ਕੇ ਖੁਸ਼ ਰਹਿਣ ਲੱਗ ਪਿਆ ਸੀ ਤੇ ਤੰਦਰੁਸਤ ਹੋ ਗਿਆ ਸੀ। ਬੰਤੀ ਮੇਰੇ ਬਗੈਰ ਜਸਵਿੰਦਰ ਸਿੰਘ ਨੂੰ ਵਿਆਹਣਾ ਚਾਹੁੰਦੀ ਸੀ। ਮੇਰੀ ਗੈਰ ਹਾਜ਼ਰੀ ਵਿੱਚ ਬੰਤੀ ਨੇ ਹੇਰਾਂ ਵਾਲਿਆਂ ਤੋਂ ਜਸਵਿੰਦਰ ਦਾ ਵਿਆਹ ਮੰਗਿਆ ਤਾਂ ਮੇਰੇ ਕੁੜਮ ਬੰਤ ਸਿੰਘ ਨੇ ਅੱਗੋਂ ਕਹਿ ਦਿੱਤਾ ਕਿ ਜੇ ਤੁਸੀਂ ਮੁੰਡਾ ਮੇਰੀ ਲੜਕੀ ਨਾਲ ਵਿਆਹਣਾ ਹੈ ਤਾਂ ਪਹਿਲੋਂ ਸ਼ਿਵ ਸਿੰਘ ਨੂੰ ਘਰ ਸੱਦ ਲਵੋ, ਤਦ ਅਸੀਂ ਵੀ ਵਿਆਹ ਦੇ ਸਕਾਂਗੇ, ਨਹੀਂ ਤਾਂ ਤੁਸੀਂ ਆਪਣਾ ਮੁੰਡਾ ਹੋਰ ਕਿਤੇ ਵਿਆਹ ਲਵੋ। ਇਹ ਜਵਾਬ ਸੁਣ ਕੇ ਸਾਡੇ ਪਰਿਵਾਰ ਵਿੱਚ ਭਾਜੜਾਂ ਪੈ ਗਈਆਂ। ਹੁਣ ਬਲਵੀਰ ਮੈਨੂੰ ਵਾਪਸ ਆਉਣ ਬਾਰੇ ਚਿੱਠੀਆਂ ਲਿਖਣ ਲੱਗ ਪਿਆ ਸੀ, ਪਰ ਮੈਂ ਚਿੱਠੀ ਦੇ ਜਵਾਬ ਵਿੱਚ ਲਿਖ ਦਿੰਦਾ ਸੀ ਕਿ ਤੁਸੀਂ ਮੇਰਾ ਕੋਈ ਫਿਕਰ ਨਾ ਕਰੋ, ਹੁਣ ਤੁਸੀਂ ਆਪਣੀ ਮਾਂ ਦੀ ਕਦਰ ਸੇਵਾ ਕਰੋ, ਮੈਂ ਠੀਕ ਠਾਕ ਤੇ ਇੱਥੇ ਹੀ ਖੁਸ਼ ਹਾਂ। ਉਸ ਤੋਂ ਮਗਰੋਂ ਜਸਵਿੰਦਰ ਮੈਨੂੰ ਚਿੱਠੀ ਲਿਖਣ ਲੱਗ ਪਿਆ ਸੀ ਤੇ ਵਾਪਸ ਆ ਜਾਣ ਬਾਰੇ ਕਈ ਚਿੱਠੀਆਂ ਲਿਖ ਚੁੱਕਿਆ ਸੀ। ਹੁਣ ਮੈਂ ਸਮਝਿਆ ਕਿ ਪਰਿਵਾਰ ਬਦਲ ਕੇ ਸੁਧਰ ਚੁੱਕਿਆ, ਇਸ ਕਰਕੇ ਮੈਂ ਹੁਣ 6/6/1991 ਨੂੰ ਘਰ ਵਾਪਸ ਆ ਗਿਆ। ਇੱਥੇ ਆ ਕੇ ਪਤਾ ਲੱਗਿਆ ਕਿ ਜਸਵਿੰਦਰ ਦੇ ਵਿਆਹ ਕਰਕੇ ਸੱਦਿਆ। ਹੁਣ ਮੇਰੇ ਆਏ ਤੋਂ ਬੰਤ ਸਿੰਘ ਨੇ ਵਿਆਹ ਦੇ ਦਿੱਤਾ ਤੇ ਜਸਵਿੰਦਰ ਸਿੰਘ ਦਾ ਵਿਆਹ ਜਸਵੀਰ ਕੌਰ ਨਾਲ 23/11/1991 ਨੂੰ ਕਰ ਦਿੱਤਾ ਗਿਆ ਸੀ। ਬਲਵੀਰ ਸਿੰਘ ਦਾ ਮਨਜੀਤ ਕੌਰ ਨਾਲ ਵਿਆਹ 21/6/1986 ਨੂੰ, ਬਲਵਿੰਦਰ ਸਿੰਘ ਦਾ ਬਲਜੀਤ ਕੌਰ ਨਾਲ 22/6/1986 ਨੂੰ ਹੋ ਗਿਆ ਸੀ ਤੇ ਪੁੱਤਰੀ ਮਨਜੀਤ ਕੌਰ ਭੋਲੇ ਦਾ ਵਿਆਹ ਦਵਿੰਦਰ ਸਿੰਘ ਨਾਲ 27/3/1993 ਨੂੰ ਹੋਇਆ ਸੀ। ਹੁਣ ਮੇਰਾ ਪਰਿਵਾਰ ਖੱਖੜੀਆਂ ਬਣ ਖਿਲਰ ਜਾਣੀ ਜੁਦਾ ਜੁਦਾ ਹੋ ਗਿਆ ਸੀ। ਨਵੀਂ ਨੂੰ ਜਸਵੀਰ ਨੂੰ ਮੈਂ ਤਾਂ ਵੱਡੀਆਂ ਨੂੰਹਾਂ ਵਰਗੀ ਹੁਣ ਤੱਕ ਹੀ ਭਲੀਮਾਨ ਸਮਝਦਾ ਸਾਂ,
ਜੋ ਇੱਕ ਬੇਟੀ ਹਰਦੀਪ ਅਤੇ ਬੇਟਾ ਸੁਖਦੀਪ ਨੂੰ ਛੱਡ ਕੇ ਦਿਮਾਗੀ ਫੋੜੇ ਦੀ ਬਿਮਾਰੀ ਨਾਲ 28/10/2008 ਨੂੰ ਸਵਰਗਵਾਸ ਹੋ ਗਈ ਸੀ ਤੇ ਜਸਵਿੰਦਰ ਸਿੰਘ ਸ਼ਰਾਬ ਦੇ ਰੋਗ ਨਾਲ 18/9/2012 ਨੂੰ ਸਵਰਗਵਾਸ ਹੋਇਆ ਸੀ। ਪਰ ਵੱਡੀਆਂ ਨੂੰਹਾਂ ਤੋਂ ਹੀ ਪਤਾ ਲੱਗਦਾ ਕਿ ਜਸਵੀਰ ਦਾ ਸੁਭਾਅ ਬੰਤੀ ਵਰਗਾ ਕਲੇਸ਼ੀ ਤੇ ਜ਼ਿੱਦੀ ਸੀ, ਜਿਸ ਕਰਕੇ ਪਰਿਵਾਰ ਖੱਖੜੀਆਂ ਹੋਇਆ ਸੀ। ਤਦ ਕੀ ਹੋਇਆ, ਜਸਵਿੰਦਰ ਨੇ ਮੈਨੂੰ ਆਪਣੇ ਨਾਲ ਹੀ ਰਹਿਣ ਵਾਸਤੇ ਕਹਿ ਦਿੱਤਾ ਸੀ, ਕਿਉਂਕਿ ਉਹ ਖੇਤੀ ਧੰਦਾ ਕਰਦਾ ਹੋਣ ਕਰਕੇ ਉਸ ਨੂੰ ਮੇਰੀ ਯਾਨੀ ਖੇਤੀ ਵਿੱਚ ਮਦਦ ਦੀ ਲੋੜ ਸੀ। ਹੁਣ ਸਮਾਂ ਬੰਤੀ ਦੇ ਇਮਤਿਹਾਨ ਦਾ ਸੀ। ਉਸ ਦਾ ਮੇਰੇ ਨਾਲ ਹੀ ਰਹਿਣਾ ਉਸ ਦਾ ਫਰਜ਼ ਸੀ। ਭਾਵੇਂ ਕੁਝ ਵੀ ਹੋ ਜਾਵੇ, ਪਤੀ ਪਤਨੀ ਜੁਦੇ ਜੁਦੇ ਨਹੀਂ ਹੁੰਦੇ। ਪਰ ਉਹ ਪਹਿਲਾਂ ਵਾਂਗੂ ਫਿਰ ਉਖੜ ਗਈ ਤੇ ਮੈਨੂੰ ਪੁੱਛੇ ਤੋਂ ਬਗੈਰ ਆਪਣਾ ਸਮਾਨ ਚੁੱਕ ਕੇ ਬਲਵਿੰਦਰ ਦੀ ਰਿਹਾਇਸ਼ ਵਾਲੀ ਥਾਂ ਲੈ ਗਈ। ਉੱਥੇ ਜਾ ਕੇ ਉਹਨਾਂ ਨੂੰ ਆਪਸ ਵਿੱਚ ਲੜਾਉਣ ਲੱਗ ਪਈ ਸੀ। ਜਦੋਂ ਮੇਰੀ ਸੱਸ ਪ੍ਰੀਤਮ ਕੌਰ ਦੀ ਕਿਸਮਤ ਦੇ ਸਿਤਾਰੇ ਗਰਦਸ਼ ਵਿੱਚ ਆ ਗਏ ਸਨ। ਜਿਵੇਂ ਕਹਿੰਦੇ ਹੁੰਦੇ ਹਨ, ਸਦਾ ਨਾ ਬਾਗੀ ਬੁਲਬੁਲ ਬੋਲੇ, ਸਦਾ ਨਾ ਮੌਜ ਬਹਾਰਾਂ, ਭਾਵ ਸਦਾ ਚੰਮਦੀਆਂ ਨਹੀਂ ਚੱਲਦੀਆਂ ਹੁੰਦੀਆਂ। ਸਮਾਂ ਬਦਲ ਜਾਂਦਾ ਹੈ, ਭਾਗ ਬਦਲ ਜਾਂਦੇ ਨੇ, ਕਿਸਮਾਂ ਬਦਲ ਜਾਂਦੀਆਂ ਨੇ। ਪੁੱਤਰਾਂ ਕੋਲੋਂ ਨੂੰਹਾਂ ਨੂੰ ਕਟਵਾਉਣ ਵਾਲੀ ਸੱਸ ਪ੍ਰੀਤਮ ਕੌਰ ਹੁਣ ਵੱਡੇ ਪੁੱਤਰ ਤੋਂ ਅੰਬੂ ਤੋਂ ਖੁਦ ਹਰ ਰੋਜ਼ ਕੁੱਟ ਖਾਣ ਲੱਗ ਪਈ ਸੀ। ਅੰਬੂ ਉਸ ਨੂੰ ਮੋਢਿਆਂ ਤੋਂ ਫੜ ਕੇ ਉਸ ਦੇ ਢਿੱਡ ਵਿੱਚ ਗੋਡਾ ਮਾਰਦਾ ਸੀ, ਜਿਸ ਦੇ ਦਰਦ ਤੋਂ ਉਹ ਕਈ ਦਿਨ ਇਕੱਠੀ ਜੀ ਹੋ ਕੇ ਤੁਰਦੀ ਹੁੰਦੀ ਸੀ। ਮੈਂ ਉੱਥੇ ਗਿਆ ਤਾਂ ਮੈਨੂੰ ਪਤਾ ਲੱਗਾ ਤਾਂ ਮੈਂ ਅੰਬੂ ਨੂੰ ਇਸ ਤਰ੍ਹਾਂ ਨਾ ਕਰਨ ਵਾਸਤੇ ਵਰਜ ਦਿੱਤਾ ਸੀ। ਉਸ ਨੇ ਮੈਨੂੰ ਦੱਸਿਆ ਸੀ ਕਿ ਜਿਸ ਘਰ ਪਰਿਵਾਰ ਵਿੱਚ ਇਹੋ ਜਿਹੀਆਂ ਚਲਾਕ ਤੇ ਕਲੇਸ਼ੀ ਜਨਾਨੀਆਂ ਹੁੰਦੀਆਂ ਹਨ, ਉਹ ਪਰਿਵਾਰ ਤਰੱਕੀ ਨਹੀਂ ਕਰ ਸਕਦਾ। ਹੁਣ ਅੰਬੂ ਮਜਬੂਰੀ ਵਸ ਜੁਦਾ ਹੋ ਗਿਆ ਸੀ। ਹੁਣ ਮੇਰੀ ਸੱਸ ਛੋਟੀ ਨੂੰ ਨਾਲ ਕਲੇਸ਼ ਰੱਖਣ ਲੱਗ ਪਈ ਸੀ। ਮੇਰੀ ਸੱਸ ਪ੍ਰੀਤਮ ਕੌਰ ਦਾ ਭਰਾ ਦਲੀਪ ਸਿੰਘ ਬਹੁਤ ਜ਼ਾਲਮ ਤੇ ਕਲੇਸ਼ੀ ਹੋਣ ਕਰਕੇ ਮੇਰੀ ਸੱਸ ਦੀ ਛੋਟੀ ਨੂੰ ਦਲੀਪ ਕੌਰ ਆਪਣੀ ਸੱਸ ਪ੍ਰੀਤਮ ਕੌਰ ਨੂੰ ਦੁਰਗਾਪੁਰ ਦਾ ਅਸਲਾ ਹੀ ਦੱਸਦੀ ਹੁੰਦੀ ਸੀ ਤੇ ਮੇਰੇ ਗਏ ਤੋਂ ਸੁਖਵਿੰਦਰ ਬੰਤੀ ਨੂੰ ਪ੍ਰੀਤਮ ਕੌਰ ਦੀ ਫੋਟੋ ਸਟੇਟ ਕਹਿੰਦੀ ਹੁੰਦੀ ਸੀ। ਜਦੋਂ ਮੇਰੀ ਸੱਸ ਨੂੰ ਮੇਰੇ ਸਹੁਰੇ ਨੇ ਬਹੁਤ ਗਾਲਾਂ ਕੱਢੀਆਂ ਸਨ। ਇਹ ਗੱਲ ਮਈ 1976 ਦੀ ਹੈ, ਜਦੋਂ ਮੇਰਾ ਸਹੁਰਾ ਅਪ੍ਰੈਲ 1976 ਦੇ ਅੰਤ ਵਿੱਚ ਸਿਹਤ ਕਮਜ਼ੋਰ ਹੋਣ ਕਰਕੇ ਪਿਸ਼ਾਬ ਬੰਦ ਹੋਣ ਦਾ ਰੋਗੀ ਬਣ ਗਿਆ ਸੀ। ਉਹ ਦਿਨ ਵੱਡੀ ਹੋਈ ਕਣਕ ਦੀ ਕੁਤਰਾਈ ਤੇ ਸੰਭਾਲਣ ਦੇ ਸਨ। ਹੁਣ ਬੰਤੀ ਦੇ ਭਰਾ ਪਿਤਾ ਦੇ ਹੱਕ ਵਿੱਚ ਤੇ ਮਾਂ ਦੇ ਵਿਰੋਧ ਵਿੱਚ ਹੋ ਗਏ ਸਨ ਤੇ ਪਿਤਾ ਨੂੰ ਆਰਾਮ ਵਾਸਤੇ ਕਪੂਰਥਲੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਉਣ ਵਾਸਤੇ ਲੈ ਕੇ ਗਏ। ਤਾਂ ਮੇਰਾ ਸਹੁਰਾ ਕਹਿੰਦਾ, ਮੈਂ ਤਾਂ ਹਸਪਤਾਲ ਤਦ ਦਾਖਲ ਹੋਵਾਂਗਾ ਜੇ ਮੇਰੇ ਕੋਲ ਅੰਬੂ ਜਾਂ ਸ਼ਿਵ ਸਿੰਘ ਮੇਰੇ ਕੋਲ ਮੇਰੀ ਸੰਭਾਲ ਕਰਨਗੇ। ਤਦ ਮੈਨੂੰ ਉਸ ਦੀ ਸੇਵਾ ਸੰਭਾਲ ਕਰਨ ਦਾ ਮੌਕਾ 30 ਅਪ੍ਰੈਲ ਤੋਂ ਉਸ ਦੀ ਮੌਤ 7/5/1976 ਨੂੰ ਹੋਈ ਤੱਕ ਮਿਲਿਆ ਸੀ। ਤਦ ਲੋਕਾਂ ਤੋਂ ਲਾਜ ਰੱਖਣ ਦੀ ਮਾਰੀ ਮੇਰੀ ਸੱਸ ਵੀ ਮੇਰੇ ਕੋਲੋਂ ਛੁਪ ਕੇ ਸਹੁਰੇ ਦੀਆਂ ਨਜ਼ਰਾਂ ਤੇ ਗਾਲਾਂ ਤੋਂ ਡਰਦੀ ਰਹਿੰਦੀ ਸੀ ਤੇ ਹਸਪਤਾਲ ਵਿਖੇ ਹੀ ਆਈ ਹੋਈ ਸੀ। ਮੇਰਾ ਸਹੁਰਾ ਉਸ ਤੋਂ ਬਹੁਤ ਦੁਖੀ ਇਸ ਕਰਕੇ ਸੀ ਤੇ ਗੰਦੀਆਂ ਗਾਲਾਂ ਕੱਢਦਾ ਰਹਿੰਦਾ ਸੀ, ਕਿਉਂਕਿ ਉਸਨੇ ਆਪਣੇ ਪੁੱਤਰਾਂ ਨਾਲ ਮਿਲ ਕੇ ਪਤੀ ਦੀ ਦਾੜੀ ਤੇ ਕੇਸ ਹੀ ਨਹੀਂ ਪਟਵਾਏ ਸਨ, ਸਗੋਂ ਕਟਵਾਇਆ ਵੀ ਸੀ। ਹੁਣ ਕਪੂਰਥਲਾ ਸਿਵਲ ਹਸਪਤਾਲ ਵਿਖੇ ਮੇਰੇ ਸਹੁਰੇ ਨੇ ਪ੍ਰੀਤਮ ਕੌਰ ਨੂੰ ਦੇਖ ਲਿਆ ਤੇ ਉੱਚੀ ਆਵਾਜ਼ ਵਿੱਚ ਸਾਰੇ ਮਰੀਜ਼ਾਂ ਦੇ ਸਾਹਮਣੇ ਹੀ ਬਹੁਤ ਗਾਲਾਂ ਕੱਢਣ ਲੱਗ ਪਿਆ ਸੀ। ਮੈਂ ਆਪਣੇ ਸਹੁਰੇ ਨੂੰ ਜਦੋਂ ਗਾਲਾਂ ਕੱਢਣੋਂ ਹਟਵਾਉਂਦਾ ਤਾਂ ਉਹ ਹੋਰ ਗੁੱਸੇ ਵਿੱਚ ਆ ਕੇ ਕਹਿੰਦਾ, ਇਹ ਮੇਰੀ ਪਤਨੀ ਇੱਥੇ ਕਿਉਂ ਆਈ ਹੈ? ਮੇਰੇ ਸਹੁਰੇ ਦੀ ਮੌਤ 7/5/1976 ਨੂੰ ਤੇ ਸੱਸ ਪ੍ਰੀਤਮ ਕੌਰ ਦੀ ਮੌਤ 18/8/2004 ਨੂੰ ਹੋਈ ਸੀ। ਜਦੋਂ ਹੁਣ ਬੰਤੀ ਦੀ ਕਿਸਮਤ ਦੇ ਸਿਤਾਰੇ ਵੀ ਗਰਦਸ਼ ਵਿੱਚ ਆ ਗਏ। ਜੇ ਕਾਦਰ ਦੀ ਕੁਦਰਤ ਤੇ ਸਮਾਜ ਦਾ ਬਣਾਇਆ ਹੋਇਆ ਅਨੁਸ਼ਾਸਨ ਤੇ ਮਰਿਆਦਾ ਭੰਗ ਹੋ ਜਾਵੇ ਅਤੇ ਲੰਬੇ ਸਮੇਂ ਤੋਂ ਬਣੀ ਆ ਰਹੀ ਪਰੰਪਰਾ ਟੁੱਟ ਜਾਵੇ ਤਾਂ ਕਿਸਮਤ ਦੇ ਸਿਤਾਰੇ ਘੁੰਮਣ ਘੇਰੀ ਵਿੱਚ ਆ ਕੇ ਡੋਲਣ ਲੱਗ ਪੈਂਦੇ ਹਨ। ਉਦੋਂ ਰੱਬ ਵੀ ਰੁੱਸ ਜਾਂਦਾ ਹੈ। ਮਾਂ ਵਾਂਗੂ ਜਦੋਂ ਧੀ ਨੇ ਪਤੀ ਤੋਂ ਪੁੱਛੇ ਬਗੈਰ ਆਪਣਾ ਸਮਾਨ ਚੁੱਕ ਕੇ ਦੂਸਰੇ ਬੇਟੇ ਕੋਲ ਰੱਖ ਲਿਆ ਹੋਵੇ ਤਾਂ ਕੀ ਪਰੰਪਰਾ ਭੰਗ ਨਹੀਂ ਹੋਈ? ਪਤੀ ਪਤਨੀ ਨੇ ਤਾਂ ਪੂਰੀ ਉਮਰ ਇਕੱਠੇ ਰਹਿਣ ਦਾ ਐਦ ਕੀਤਾ ਹੁੰਦਾ ਤਾਂ ਕੀ ਹੋਇਆ? ਬਲਵੀਰ ਆਪਣੇ ਨਵੇਂ ਬਣਾਏ ਮਕਾਨਾਂ ਵਿੱਚ ਚਲਾ ਗਿਆ ਤਾਂ ਬੰਤੀ ਬਲਵਿੰਦਰ ਬਲਜੀਤ ਨੂੰ ਆਪਸ ਵਿੱਚ ਲੜਾਉਣ ਲੱਗ ਪਈ ਤਾਂ ਬਲਵਿੰਦਰ ਨੇ ਬੰਤੀ ਨੂੰ ਘਰੋਂ ਕੱਢ ਦਿੱਤਾ ਤੇ ਬੰਤੀ ਬਲਵੀਰ ਦੇ ਘਰ ਚਲੀ ਗਈ। 1/8/1996 ਨੂੰ ਕਿਸੇ ਗੱਲ ਤੋਂ ਦੁਖੀ ਹੋਏ ਬਲਵੀਰ ਨੇ ਬੰਤੀ ਨੂੰ ਘਰੋਂ ਕੱਢ ਦਿੱਤਾ ਤਾਂ ਬੰਤੀ ਜਸਵਿੰਦਰ ਦੇ ਘਰ ਆ ਗਈ ਸੀ। ਹੁਣ ਮੈਂ ਛੋਟੀ ਨੂੰ ਜਸਵੀਰ ਨੂੰ ਸਮਝਾਇਆ ਕਿ ਹੁਣ ਇੱਥੇ ਬੰਤੀ ਨੂੰ ਜ਼ਿੰਦਗੀ ਭਰ ਇੱਥੇ ਟਿਕੀ ਰਹਿਣ ਦੇਵੇ, ਪਰ ਜਸਵੀਰ ਸੱਸ ਤੋਂ ਔਖੀ ਤੇ ਦੁਖੀ ਹੋਣ ਕਰਕੇ ਮੈਨੂੰ ਕਹਿੰਦੀ, ਪਾਪਾ ਜੀ ਮੈਂ ਇਸ ਨੂੰ ਕਣਕ ਪੱਕਣ ਤੋਂ ਪਹਿਲੋਂ ਹਰ ਹਾਲਤ ਵਿੱਚ ਘਰੋਂ ਕੱਢ ਦੇਣਾ। ਤਾਂ ਇਹੀ ਗੱਲ ਹੋਈ ਤਾਂ ਕੀ ਹੋਇਆ ਕਿ ਮੈਂ ਕਪੂਰਥਲੇ ਦੰਦ ਕਢਵਾਉਣ ਗਿਆ ਹੋਇਆ ਸਾਂ ਤੇ ਆਏ ਤੋਂ ਕੀ ਦੇਖਦਾ, ਜਸਵੀਰ ਨੇ ਬੰਤੀ ਨੂੰ 18/4/1997 ਨੂੰ ਘਰੋਂ ਕੱਢ ਦਿੱਤਾ। ਤਾਂ ਮੈਂ ਕੀ ਦੇਖਦਾ, ਬਲਵੀਰ ਗੁੱਸੇ ਵਿੱਚ ਹੈ ਤੇ ਉਸਨੇ ਬੰਤੀ ਨੂੰ ਧੌਣ ਤੋਂ ਫੜਿਆ ਤੇ ਉੱਪਰ ਚੁੱਕਿਆ ਤੇ ਆਪ ਉਸ ਨੂੰ ਚੁੱਕ ਕੇ ਇੱਕ ਗੋਲ ਚੱਕਰ ਲਾਇਆ ਤਾਂ ਮੈਂ ਉੱਥੇ ਜਾ ਕੇ ਬਲਵੀਰ ਤੋਂ ਬੰਤੀ ਨੂੰ ਛੁਡਵਾਇਆ ਸੀ। ਹੁਣ ਬੰਤੀ ਬਲਵਿੰਦਰ ਦੇ ਘਰ ਵਿੱਚ ਚਲੀ ਗਈ ਸੀ। ਮੈਂ ਬਲਵੀਰ ਨੂੰ ਕਿਹਾ ਸੀ ਕਿ ਪੁੱਤ ਇਸ ਤਰ੍ਹਾਂ ਨਹੀਂ ਕਰਨਾ ਹੈ। ਹੁਣ ਆਦੀ ਵਾਲੇ ਅਕਾਲੀ ਊਧਮ ਸਿੰਘ, ਜੋ ਸਾਡਾ ਦੂਰੋਂ ਰਿਸ਼ਤੇਦਾਰ ਵੀ ਸੀ, ਨੇ ਸਾਡੀ ਵਿਗੜੀ ਹੋਈ ਪਰਿਵਾਰਕ ਹਾਲਤ ਉੱਤੇ ਤਰਸ ਖਾਧਾ ਤੇ ਇਸ ਨੂੰ ਠੀਕ ਕਰਨ ਵਾਸਤੇ
ਪਹਿਲੋਂ ਉਹ ਮੇਰੇ ਕੋਲ 17/7/2003 ਨੂੰ ਆਇਆ ਸੀ। ਮੈਂ ਉਸ ਦੀ ਹਰ ਸ਼ਰਤ ਨੂੰ ਪ੍ਰਵਾਨ ਕਰ ਲਿਆ ਸੀ। ਫਿਰ ਉਹ ਬੰਤੀ ਨੂੰ ਸਮਝਾਉਣ ਚਲਿਆ ਗਿਆ ਤਾਂ ਬੰਤੀ ਹੋਰ ਭਾਰੀ ਹੋ ਗਈ ਸੀ ਤੇ ਬੰਤੀ ਨੇ ਉਸ ਦੀ ਕੋਈ ਗੱਲ ਨਹੀਂ ਮੰਨੀ ਅਤੇ ਇਸ ਤੋਂ ਨਿਰਾਸ਼ ਹੋ ਕੇ ਉਹ ਵਾਪਸ ਚਲਾ ਗਿਆ ਤੇ ਜਾਂਦਾ ਹੋਇਆ ਬੰਤੀ ਨੂੰ ਕਹਿੰਦਾ, ਢੱਠੇ ਖੂਹ ਵਿੱਚ ਡਿੱਗ ਤੇ ਖਾ ਖਸਮਾਂ ਨੂੰ। ਰਾਣੇ ਨੇ ਸ਼ਰਾਬ ਪੀ ਕੇ 6/9/1998 ਨੂੰ ਮੇਰੀ ਰੋਟੀ ਬੰਦ ਕਰ ਦਿੱਤੀ ਤਾਂ ਮੈਂ ਬਲਵੀਰ ਦੇ ਘਰੋਂ ਰੋਟੀ ਖਾਣ ਲੱਗ ਪਿਆ ਸਾਂ, ਪਰ ਮੈਂ ਰਿਹਾਇਸ਼ ਪਹਿਲੋਂ ਚਬਾਰੇ ਵਿੱਚ ਹੀ ਰੱਖੀ ਹੋਈ ਸੀ। 2001 ਤੋਂ ਜਸਵੀਰ ਬਹੁਤ ਬਿਮਾਰ ਰਹਿਣ ਲੱਗ ਪਈ ਸੀ। ਤਦ ਰਾਣਾ ਜਸਵਿੰਦਰ ਸ਼ਰਾਬ ਜ਼ਿਆਦਾ ਪੀਣ ਲੱਗ ਪਿਆ ਹੋਣ ਕਰਕੇ ਸ਼ਰਾਬ ਦਾ ਰੋਗੀ ਬਣ ਗਿਆ ਸੀ। ਜਦੋਂ ਜਸਵੀਰ ਜ਼ਿਆਦਾ ਬਿਮਾਰ ਤੇ ਕਮਜ਼ੋਰ ਹੋ ਕੇ ਉਸਨੇ ਮੰਜਾ ਫੜ ਲਿਆ ਤਾਂ ਰੋਟੀ ਦੀ ਮੁਸ਼ਕਲ ਦੇਖ ਕੇ ਬੰਤੀ ਜੂਨ 2008 ਨੂੰ ਫਿਰ ਰਾਣੇ ਦੇ ਘਰ ਆ ਗਈ ਸੀ। ਪਹਿਲੋਂ ਜਸਵੀਰ, ਫਿਰ ਜਸਵਿੰਦਰ ਦੀ ਮੌਤ ਤੋਂ ਮਗਰੋਂ ਬੰਤੀ ਉਦੋਂ ਤੋਂ ਲੈ ਕੇ ਆਪਣੀ ਮੌਤ ਤੱਕ ਸੁਖਦੀਪ ਮੋਨਾ ਪੋਤਾ ਨਾਲ ਰਹਿੰਦੀ ਰਹੀ। ਬੰਤੀ ਨੇ ਮਿਲਟਰੀ ਦੀਆਂ ਸਾਰੀਆਂ ਸਹੂਲਤਾਂ ਠੁਕਰਾ ਦਿੱਤੀਆਂ ਸਨ। ਮਿਲਟਰੀ ਦੇ ਪੈਨਸ਼ਨਰ ਨੂੰ ਹਰ ਸਾਲ ਇੱਕ ਵਾਰ ਆਪਣੀ ਹਾਜ਼ਰੀ 1995 ਤੋਂ ਪਹਿਲੋਂ ਤੋਂ ਲੈ ਕੇ ਹੁਣ ਤੱਕ ਪੈਨਸ਼ਨ ਦਫ਼ਤਰ ਵਿੱਚ ਹਾਜ਼ਰੀ ਜ਼ਰੂਰ ਲਗਵਾਉਣੀ ਪੈਂਦੀ ਸੀ। ਕਈ ਮਸਲੇ ਖੜੇ ਹੋ ਜਾਣ ਕਰਕੇ ਹੁਣ ਨਵਾਂ ਹੁਕਮ ਯਾਨੀ ਕਾਨੂੰਨ ਨਿਕਲਿਆ ਸੀ ਕਿ ਪੈਨਸ਼ਨਰ ਤੇ ਉਸ ਦੀ ਪਤਨੀ ਦੀ ਸਾਂਝੀ ਫੋਟੋ ਪੈਨਸ਼ਨ ਦਫ਼ਤਰ ਵਿੱਚ ਜਮ੍ਹਾਂ ਕਰਵਾਓ ਤੇ ਅੱਜ ਤੋਂ ਪੈਨਸ਼ਨਰ ਤੇ ਉਸ ਦੀ ਪਤਨੀ ਦੋਨੋਂ ਹੀ ਹਰ ਸਾਲ ਪਿੱਛੋਂ ਇੱਕ ਵਾਰ ਇਕੱਠੇ ਆ ਕੇ ਹਾਜ਼ਰੀ ਲਗਵਾਇਆ ਕਰਨਗੇ। ਮੈਂ ਜਸਵਿੰਦਰ ਰਾਹੀਂ 24/4/1995 ਨੂੰ ਬੰਤੀ ਨੂੰ ਇਸ ਕਾਨੂੰਨ ਬਾਰੇ ਸਮਝਾਇਆ ਤਾਂ ਬੰਤੀ ਮੰਨੀ ਨਹੀਂ ਸੀ, ਸਗੋਂ ਕਹਿੰਦੀ ਸੀ, ਮੈਨੂੰ ਪੈਨਸ਼ਨ ਦੀ ਕੋਈ ਲੋੜ ਨਹੀਂ ਹੈ, ਨਾ ਮੈਂ ਹਾਜ਼ਰੀ ਲਗਵਾਉਣ ਉੱਥੇ ਜਾਣਾ ਹੈ, ਨਾ ਹੀ ਫੋਟੋ ਖਿਚਵਾਉਣੀ ਹੈ। 22/11/1998 ਨੂੰ ਬਲਬੀਰ, ਮਨਜੀਤ, ਨਵਨੀਤ ਤੇ ਜਸਪ੍ਰੀਤ ਨੇ ਫਿਰ ਬੰਤੀ ਨੂੰ ਸਮਝਾਇਆ ਤੇ ਉਹ ਫਿਰ ਵੀ ਨਹੀਂ ਮੰਨੀ, ਜਿਸ ਕਰਕੇ ਮੈਨੂੰ ਬੰਤੀ ਪੈਨਸ਼ਨ ਤੋਂ ਬੇਦਖਲ ਕਰਨੀ ਪਈ, ਜੋ ਮੇਰੀ ਮਜਬੂਰੀ ਸੀ। ਬੰਤੀ ਨੇ ਡਾਕਟਰੀ ਸਹੂਲਤ ਵੀ ਛੱਡ ਦਿੱਤੀ। ਫੌਜ ਵਿੱਚ ਹਾਜ਼ਰ ਨੌਕਰੀ ਕਰਦੇ ਫੌਜੀ ਤੇ ਪੈਨਸ਼ਨਰਾਂ ਨੂੰ ਵੀ ਇਹ ਵੀ ਹੱਕ ਹੈ ਕਿ ਉਹ ਆਪਣਾ ਤੇ ਆਪਣੀ ਪਤਨੀ, ਮਾਤਾ ਪਿਤਾ ਤੇ 19 ਸਾਲਾਂ ਤੋਂ ਛੋਟੇ ਬੱਚਿਆਂ ਦਾ ECHS ਤੋਂ ਮੁਫਤ ਇਲਾਜ ਕਰਵਾ ਸਕਦੇ ਹਨ। ਉਹਨਾਂ ਨੂੰ ਮੈਡੀਕਲ ਕਾਰਡ ਬਣਵਾਉਣਾ ਪਵੇਗਾ। ਮੈਂ ਬੰਤੀ ਤੱਕ ਸੁਨੇਹਾ ਭੇਜਿਆ ਕਿ ਮੈਂ ਮੈਡੀਕਲ ਕਾਰਡ ਬਣਵਾਉਣ ਲੱਗਾ ਹਾਂ, ਉਹ ਵੀ ਮੇਰੇ ਨਾਲ ਹੀ ਕਾਰਡ ਬਣਵਾ ਲਵੇ, ਪਰ ਉਹ ਨਾ ਮੰਨੀ। ਤਦ ਮੈਂ ਹੁਣ ਕਾਰਡ ਬਣਵਾ ਚੁੱਕਿਆ ਸੀ ਤੇ ਵੱਡੇ ਵੱਡੇ ਰੋਗਾਂ ਦਾ ਮੁਫਤ ਵਿੱਚ ਇਲਾਜ ਵੀ ਕਰਵਾ ਚੁੱਕਿਆ ਹਾਂ। ਪਿਛਲੇ ਦਿਨੀ ਬੰਤੀ ਬਿਮਾਰ ਹੋ ਗਈ ਤੇ ਕਾਰਡ ਨਾ ਹੋਣ ਕਰਕੇ ਪ੍ਰਾਈਵੇਟ ਹਸਪਤਾਲ ਤੋਂ ਇਲਾਜ ਕਰਵਾਉਣ ਕਰਕੇ ਸਾਨੂੰ ਬਹੁਤ ਖਰਚ ਝੱਲਣਾ ਪਿਆ ਸੀ। ਜੇ ਕਾਰਡ ਬਣਿਆ ਹੁੰਦਾ ਤਾਂ ਉਹੀ ਪੈਸਾ ਅਸੀਂ ਹੋਰ ਚੰਗੇ ਕੰਮ ਤੇ ਖਰਚ ਕਰ ਸਕਦੇ ਸੀ। ਇਸ ਜਿੱਦੀ ਆਦਤ ਦੇ ਕਾਰਨ ਹੀ ਉਹ ਕੰਟੀਨ ਤੋਂ ਸਮਾਨ ਖਰੀਦਣ ਦੀ ਸਹੂਲਤ ਸ਼ੁਰੂ ਤੋਂ ਹੀ ਛੱਡ ਚੁੱਕੀ ਸੀ। ਮੈਂ ਸੱਚ ਲਿਖਣ ਤੋਂ ਝਿਜਕਦਾ ਰਿਹਾ ਹਾਂ, ਭਾਵੇਂ ਇਹ ਗੱਲ ਧੰਦੇ ਨਾਲ ਸੰਬੰਧਿਤ ਹੈ ਤੇ ਇਸ ਨਾਲ ਚਾਲ ਚੱਲਣ ਦਾ ਕੋਈ ਸਬੰਧ ਨਹੀਂ ਹੈ, ਫਿਰ ਵੀ ਮੇਰੀ ਝਿਜਕ ਇਹ ਸੀ ਕਿ ਜੇ ਮੈਂ ਇਹ ਵੀ ਸੱਚ ਲਿਖ ਦਿੱਤਾ ਤਾਂ ਸੱਚ ਲਿਖਣ ਨਾਲ ਅੱਗ ਦਾ ਭਾਂਬੜ ਨਾ ਬਣ ਜਾਵੇ। ਜਦੋਂ ਮੈਂ 1949 ਈਸਵੀ ਵਿੱਚ 9ਵੀਂ 10ਵੀਂ ਜਮਾਤ ਵਿੱਚ ਸਰਕਾਰੀ ਹਾਈ ਸਕੂਲ ਕਾਲਾ ਸੰਘਾ ਵਿਖੇ ਪੜ੍ਹਦਾ ਹੁੰਦਾ ਸੀ ਤੇ ਪੈਦਲ ਤੁਰ ਕੇ ਜਾਂਦਾ ਹੁੰਦਾ ਸੀ ਤਾਂ ਉਦੋਂ ਮੇਰੇ ਸਹੁਰੇ ਪਿੰਡ ਸੁਨੜਾ ਦੇ ਬਹੁਤ ਸਾਰੇ ਵਿਦਿਆਰਥੀ ਵੀ, ਜਿਨ੍ਹਾਂ ਵਿੱਚੋਂ 4 ਮੇਰੀ ਜਮਾਤ ਵਿੱਚ ਤੇ ਬਾਕੀ ਹੋਰ ਜਮਾਤਾਂ ਵਿੱਚ ਪੜ੍ਹਦੇ ਸਨ। ਮੇਰੀ ਜਮਾਤ ਵਿੱਚ ਦਾਰਾ ਸਿੰਘ, ਬਲਵੰਤ ਸਿੰਘ, ਮਹਿੰਦਰ ਸਿੰਘ ਤੇ ਮਲਕੀਤ ਸਿੰਘ ਉਰਫ ਭੱਤੋ ਪੜ੍ਹਦੇ ਸਨ ਤੇ ਉਹਨਾਂ ਨੂੰ ਕਿਸੇ ਨੇ ਦੱਸ ਦਿੱਤਾ ਕਿ ਇਹ ਸ਼ਿਵ ਸਿੰਘ ਵਿਦਿਆਰਥੀ ਸੁਨੜਾ ਦੀ ਲੜਕੀ ਬੰਤੀ, ਜੋ ਪਸ਼ੂ ਚਾਰਦੀ ਹੁੰਦੀ ਹੈ ਤੇ ਆਦਤਾਂ ਪੱਖੋਂ ਬਹੁਤ ਜ਼ਿੱਦੀ ਤੇ ਗੁਸੈਲੀ ਨਾਲ ਮੰਗਿਆ ਹੋਇਆ। ਉਹ ਸਾਰੇ ਮੈਨੂੰ ਦੇਖ ਕੇ ਹੱਸ ਪੈਂਦੇ, ਕੁਝ ਕਹਿਣ ਤੇ ਦੱਸਣ ਨੂੰ ਕਾਹਲੇ ਹੋ ਜਾਂਦੇ, ਝਿਜਕਦੇ ਤੇ ਚੁੱਪ ਕਰ ਜਾਂਦੇ। ਆਖਰ ਉਹਨਾਂ ਨੇ ਬਾਰੋ ਬਾਰੀ ਮੈਨੂੰ ਤਰੀਕੇ ਨਾਲ ਦੱਸ ਹੀ ਦਿੱਤਾ ਕਿ ਬੰਤੀ ਤਾਂ ਪਸ਼ੂ ਚਾਰਦੀ ਹੈ ਤੇ ਤੂੰ ਪੜ੍ਹਦਾ ਤੇ ਆਦਤਾਂ ਵਿੱਚ ਵੀ ਵੱਡਾ ਫਰਕ ਹੈ, ਜਿਸ ਕਰਕੇ ਤੁਸੀਂ ਜੀਵਨ ਇਕੱਠਾ ਕਿਵੇਂ ਗੁਜ਼ਾਰੋਗੇ। ਮੈਂ ਇਹ ਗੱਲ ਸੁਣ ਤਾਂ ਲਈ, ਪਰ ਸ਼ੱਕ ਇਹ ਕਰ ਲਈ ਕਿ ਹੋ ਸਕਦਾ ਹੈ ਕਿ ਇਹਨਾਂ ਦੇ ਘਰ ਵਾਲਿਆਂ ਦੀ ਉਸ ਦੇ ਪਰਿਵਾਰ ਨਾਲ ਬੋਲਚਾਲ ਠੀਕ ਨਾ ਹੋਵੇ, ਜਿਸ ਕਰਕੇ ਸ਼ਾਇਦ ਇਹ ਮੇਰੇ ਕੋਲ ਝੂਠ ਬੋਲ ਰਹੇ ਹੋਣ, ਪਰ ਉਹ ਸੱਚ ਹੀ ਦੱਸ ਰਹੇ ਸਨ। ਮੈਂ ਚੁੱਪ ਕਰਕੇ ਸੁਣ ਲੈਂਦਾ, ਪਰ ਮੈਂ ਚਾਹੁੰਦਾ ਸੀ ਕਿ ਮੇਰੇ ਮਾਪੇ ਜੋ ਵੀ ਕਰਨਗੇ ਉਹੀ ਮੈਨੂੰ ਪ੍ਰਵਾਨ ਹੋਵੇਗਾ ਤੇ ਘਰ ਜਾ ਕੇ ਮੈਂ ਇਹ ਗੱਲ ਪਿਤਾ ਨੂੰ ਵੀ ਦੱਸੀ। ਵੈਸੇ ਬੰਤੀ ਦਾ ਪਸ਼ੂ ਚਾਰਨਾ ਤਾਂ ਧੰਦਾ ਸੀ, ਇਸ ਵਿੱਚ ਕੋਈ ਗੁਨਾਹ ਨਹੀਂ ਹੈ, ਪਰ ਆਦਤਾਂ ਮਾੜੀਆਂ ਜਿਵੇਂ ਜ਼ਿੱਦੀ, ਕਲੇਸ਼ੀ ਤੇ ਬੜਬੋਲੀ ਜ਼ਰੂਰ ਗੁਨਾਹ ਹਨ। ਇਸ ਦਾ ਮੈਂ ਨੋਟਿਸ ਨਹੀਂ ਲਿਆ ਸੀ, ਜੋ ਮੈਂ ਭੁੱਲ ਕਰ ਬੈਠਾ ਸੀ ਤੇ ਇਸੇ ਭੁੱਲ ਦੀ ਸਜ਼ਾ ਮੈਨੂੰ ਸਾਰੀ ਉਮਰ ਹੀ ਝੱਲਣੀ ਪਈ ਹੈ। ਮੇਰਾ ਗ੍ਰਸਥ ਜੀਵਨ ਉਜੜਿਆਂ ਵਰਗਾ ਤੇ ਜਿਉਂਦੇ ਜੀ ਰੰਡੇਪਾ ਬਣਿਆ ਰਿਹਾ। ਹੋਰ ਮਨੁੱਖੀ ਜੋੜੇ ਤਾਂ ਮਰ ਕੇ ਵੀ ਨਹੀਂ ਵਿਛੜਦੇ, ਪਰ ਅਸੀਂ ਜਿਉਂਦੇ ਜੀ ਹੀ ਲੰਬੇ ਸਮੇਂ ਤੋਂ ਵਿਛੜੇ ਹੋਏ ਵੱਖ-ਵੱਖ ਪੁੱਤਰਾਂ ਨਾਲ ਦਿਨ ਕੱਟ ਰਹੇ ਸਾਂ। ਮੇਰੀ ਛੋਟੀ ਨੂੰ ਜਸਵੀਰ ਨੇ ਤਾਂ ਮੈਨੂੰ ਇੱਕ ਵਾਰ ਕਿਹਾ ਵੀ ਸੀ ਕਿ ਪਾਪਾ ਤੂੰ ਇੰਨਾ ਦੁੱਖ ਕਿਉਂ ਝੱਲਿਆ, ਤੂੰ ਕਾਫੀ ਸਮਾਂ ਪਹਿਲੋਂ ਹੀ ਇਸ ਤੋਂ ਖਹਿੜਾ ਛੁਡਵਾ ਲੈਣਾ ਸੀ। ਪਰ ਮੈਂ ਉਸ ਨੂੰ ਕਿਹਾ, ਪੁੱਤਰ, ਪਹਿਲੋਂ ਮੈਂ ਸੋਚਿਆ ਕਿ ਇਹ ਠੀਕ ਹੋ ਜਾਵੇਗੀ, ਫਿਰ ਪੁੱਤਰ ਜੰਮ ਪਏ, ਹੁਣ ਪੁੱਤਰਾਂ ਦੇ ਰੁਲਣ ਤੋਂ ਡਰਦੇ ਨੂੰ ਚੁੱਪ ਹੀ ਵੱਟਣੀ ਪਈ ਹੈ। ਮੇਰਾ ਗ੍ਰਸਥ ਵਾਲਾ ਪਾਸਾ ਖਾਲੀ।
ਵੈਸੇ ਪਤੀ ਪਤਨੀ ਪਹਿਲੋਂ ਇਹ ਐਦ ਕਰਕੇ ਹੀ ਵਿਆਹ ਕਰਵਾਉਂਦੇ ਹਨ ਕਿ ਅਸੀਂ ਸਾਰੀ ਉਮਰ ਇਕੱਠੇ ਹੀ ਰਹਾਂਗੇ। ਹੋ ਸਕਦਾ ਹੈ ਪਸ਼ੂ ਪੰਛੀ ਤੇ ਹੋਰ ਜਾਨਵਰ ਵੀ ਇਸੇ ਤਰ੍ਹਾਂ ਕਰਦੇ ਹੋਣਗੇ। ਵੈਸੇ ਗ੍ਰਸਥ ਜੀਵਨ ਉਸੇ ਨੂੰ ਹੀ ਠੀਕ ਮੰਨਿਆ ਗਿਆ ਜੋ ਦੋਨੋਂ ਜੀ ਗੱਡੇ ਦੇ ਦੋ ਪਹੀਆਂ ਵਾਂਗੂ ਬਰਾਬਰ ਬਰਾਬਰ ਤੁਰਦੇ ਤੇ ਰਲ ਮਿਲ ਗੱਡੇ ਦੇ ਰੂਪ ਵਿੱਚ ਪਰਿਵਾਰ ਦਾ ਭਾਰ ਚੁੱਕ ਕੇ ਆਪਣਾ ਫਰਜ਼ ਪੂਰਾ ਕਰਦੇ ਹੋਣ। ਬਾਕੀ ਰਹਿ ਗਈ ਹੈ ਆਪਸੀ ਗੁੱਸੇ ਨਾਰਾਜ਼ਗੀ ਦੀ ਗੱਲ। ਗੁੱਸਾ ਨਾਰਾਜ਼ਗੀ ਤਾਂ ਇੱਕ ਦੂਸਰੇ ਨੂੰ ਉਸ ਦੇ ਬਣਦੇ ਫਰਜ਼ਾਂ ਵੱਲ ਉਸ ਦਾ ਧਿਆਨ ਲਿਆਉਣ ਵਾਸਤੇ ਹੁੰਦਾ ਹੈ। ਇਸ ਕਰਕੇ ਗੁੱਸਾ ਨਾਰਾਜ਼ਗੀ ਤਾਂ ਹਰ ਪਰਿਵਾਰ ਵਿੱਚ ਬਹੁਤ ਜ਼ਰੂਰੀ ਹੁੰਦਾ ਹੈ। ਇਸ ਤੋਂ ਬਗੈਰ ਤਾਂ ਪਰਿਵਾਰ ਅਧੂਰਾ ਹੁੰਦਾ ਹੈ। ਇੱਕ ਦੂਸਰੇ ਕੋਲੋਂ ਬਦਲਾ ਲੈਣ ਤੇ ਤੰਗ ਕਰਨ, ਚਲਾਕੀ ਕਰਨਾ, ਧੋਖਾ ਦੇਣਾ, ਜ਼ਿੰਦਗੀ ਖਰਾਬ ਕਰਨੀ, ਇਹ ਮਹਾਪਾਪ ਹੁੰਦਾ ਹੈ। ਮੈਂ ਤਾਂ ਆਪਣੇ ਪੂਰੇ ਪਰਿਵਾਰ ਨੂੰ ਕਿਹਾ ਹੋਇਆ ਸੀ ਕਿ ਬੰਤੀ ਦੀਆਂ ਆਦਤਾਂ ਨਾ ਦੇਖਣਾ, ਸਗੋਂ ਉਸ ਦੀ ਸੇਵਾ ਕਰਨੀ ਹੈ। ਉਸ ਦੀ ਜ਼ਿੰਦਗੀ ਵਿੱਚ ਉਸ ਨੂੰ ਕੋਈ ਤੰਗੀ ਨਾ ਆਵੇ, ਨਹੀਂ ਤਾਂ ਫਿਰ ਆਪਾਂ ਵੀ ਉਸੇ ਵਰਗੇ ਹੀ ਹਾਂ। ਮੈਂ ਉਸ ਨੂੰ ਉਸ ਦਾ ਕੀਤਾ ਹੋਇਆ ਸਭ ਕੁਝ ਮਾਫ਼ ਕਰ ਚੁੱਕਿਆ ਹਾਂ। ਜਦੋਂ ਬੰਤੀ ਨੇ ਮੈਨੂੰ ਆਪਣੇ ਭਰਾਵਾਂ ਤੋਂ ਕਟਵਾਉਣ ਦੀ ਕੋਸ਼ਿਸ਼ ਕੀਤੀ ਸੀ, ਇਹ ਘਟਨਾ 1985-86 ਦੀ ਹੋਵੇਗੀ ਤੇ ਗਰਮੀਆਂ ਦੇ ਦਿਨ ਸਨ। ਸਾਡੀ ਰਿਹਾਇਸ਼ ਇੱਥੇ ਸ਼ਾਹਪੁਰ ਵਿਖੇ ਪਹਿਲੇ ਕਮਰਿਆਂ ਵਿੱਚ ਹੀ ਸੀ, ਜਿਨ੍ਹਾਂ ਦੇ ਅੱਗੇ ਤੂਤ ਦੇ ਛਾਂ ਵਾਲੇ ਰੁੱਖ ਸਨ। ਮੈਂ ਤੂਤ ਦੀ ਛਾਂ ਹੇਠ ਦੁਪਹਿਰ ਵੇਲੇ ਮੰਜੇ ਉੱਤੇ ਬੈਠਾ ਹੋਇਆ ਸਾਂ ਤਾਂ ਕੀ ਦੇਖਦਾ, ਬੰਤੀ ਦੇ 4 ਭਰਾਵਾਂ ਵਿੱਚੋਂ ਵੱਡੇ 3 ਭਰਾ ਅੰਬੂ, ਬਿੱਕਰ ਤੇ ਕੇਵਲ ਥੋੜ੍ਹੇ ਸਮੇਂ ਮਗਰੋਂ ਵਾਰੀ-ਵਾਰੀ ਇਕੱਲੇ ਹੱਥਾਂ ਵਿੱਚ ਸੋਟੀਆਂ ਫੜ ਕੇ ਸਾਈਕਲਾਂ ਉੱਪਰ ਸਵਾਰ ਹੋ ਕੇ ਸਾਡੇ ਘਰ ਆ ਗਏ ਸਨ। ਆਉਂਦੇ ਤਾਂ ਉਹ ਪਹਿਲੋਂ ਵੀ ਸਨ, ਪਰ ਤਿੰਨੋਂ ਇਕੱਠੇ ਤੇ ਸੋਟੀਆਂ ਨਾਲ ਕਦੇ ਵੀ ਨਹੀਂ ਸਨ ਆਏ। ਮੇਰੀ ਵੀ ਉਹਨਾਂ ਨਾਲ ਗੂੜੀ ਰਿਸ਼ਤੇਦਾਰੀ ਹੋਣ ਕਰਕੇ 1953 ਤੋਂ ਹੁਣ ਤੱਕ ਪਿਆਰ ਸਾਲਿਆਂ ਵਾਲਾ ਨਹੀਂ, ਸਗੋਂ ਭਰਾਵਾਂ ਵਾਲਾ ਹੀ ਸੀ। ਤੇ ਬੰਤੀ ਭਾਵੇਂ ਲੱਖ ਵਾਰ ਮੇਰੇ ਨਾਲ ਠੀਕ ਸਲੂਕ ਨਹੀਂ ਸੀ ਕਰਦੀ, ਪਰ ਮੈਂ ਇਸ ਕਰਕੇ ਵੀ ਬੰਤੀ ਦੀ ਸ਼ਿਕਾਇਤ ਉਹਨਾਂ ਕੋਲ ਨਹੀਂ ਕੀਤੀ ਸੀ। ਜਦੋਂ ਤਿੰਨੋਂ ਭਰਾ ਵਾਰੋ ਵਾਰੀ ਵਿਹੜੇ ਵਿੱਚ ਆਏ ਤਾਂ ਮੈਂ ਉਹਨਾਂ ਨੂੰ ਰਾਜ਼ੀ ਖੁਸ਼ੀ ਬਾਰੇ ਪੁੱਛਿਆ ਤਾਂ ਚਾਹ ਪਾਣੀ ਪੀਤਾ। ਤਾਂ ਅੰਬੂ ਕਹਿੰਦਾ ਮੈਂ ਕੁਰਾਰਾਂ ਨੂੰ ਮਿਲਣ ਗਿਆ ਸੀ, ਕੇਵਲ ਕਹਿੰਦਾ ਮੈਂ ਸਾਡੂ ਕਰਤਾਰ ਨੂੰ ਮਿਲ ਕੇ ਆਇਆ ਹਾਂ, ਅਤੇ ਬਿੱਕਰ ਕਹਿੰਦਾ ਮੈਂ ਤਾਂ ਤੁਹਾਨੂੰ ਹੀ ਘਰੋਂ ਮਿਲਣ ਆਇਆ ਹਾਂ। ਉਸ ਸਮੇਂ ਬੰਤੀ ਦੇ ਚਿਹਰੇ ਉੱਪਰ ਬਹੁਤ ਹੀ ਖੁਸ਼ੀ ਨਜ਼ਰ ਆ ਰਹੀ ਸੀ। ਚਾਹ ਪਾਣੀ ਪੀਣ ਤੋਂ ਮਗਰੋਂ ਬਿੱਕਰ ਨੇ ਗੱਲ ਛੇੜੀ ਕਿ ਸ਼ਿਵ ਸਿੰਘ, ਬੰਤੀ ਵਿੱਚ ਕੀ ਕਸੂਰ ਹੈ, ਤੂੰ ਸਾਨੂੰ ਦੱਸ। ਮੈਂ ਇਹ ਗੱਲ ਸੁਣ ਕੇ ਹੱਕਾ ਬੱਕਾ ਜਿਹਾ ਹੋ ਕੇ ਸੋਚਿਆ ਤੇ ਕਿਹਾ ਕਿ ਕੋਈ ਗੱਲ ਜ਼ਰੂਰ ਹੈ। ਮੈਂ ਕਿਹਾ ਬੰਤੀ ਵਿੱਚ ਕੋਈ ਕਸੂਰ ਨਹੀਂ ਹੈ। ਉਹ ਚੁੱਪ ਕਰਕੇ ਸੁਣ ਕੇ ਥੋੜ੍ਹੀ ਦੇਰ ਮਗਰੋਂ ਬਿੱਕਰ ਹੀ ਫਿਰ ਬੋਲ ਕੇ ਨਾਲਦਿਆਂ ਨੂੰ ਕਹਿੰਦਾ, ਇਹ ਤਾਂ ਕਹਿੰਦਾ ਕਿ ਬੰਤੀ ਵਿੱਚ ਤਾਂ ਕੋਈ ਕਸੂਰ ਨਹੀਂ। ਨਾਲ ਆਏ ਗਰਮ ਸੋਚ ਵਿੱਚੋਂ ਠੰਡੀ ਸੋਚ ਵਿੱਚ ਚਲੇ ਗਏ ਸਨ ਤੇ ਰੋਟੀ ਖਾ ਕੇ ਵਾਪਸ ਚਲੇ ਗਏ ਸੀ। ਕੋਲ ਲਿਆਂਦੀਆਂ ਸੋਟੀਆਂ ਬਾਰੇ ਉਹ ਸਪਸ਼ਟੀਕਰਨ ਦੇ ਗਏ ਸੀ ਕਿ ਇਹ ਰਾਹ ਵਿੱਚ ਕੁੱਤਿਆਂ ਕਰਕੇ ਨਾਲ ਲਿਆਏ ਸਨ। ਹੋ ਸਕਦਾ ਹੈ ਬੰਤੀ ਜਦੋਂ ਵੀ ਸੁਣੜੀ ਯਾਨੀ ਪੇਕੇ ਜਾਂਦੀ ਹੋਵੇਗੀ ਤਦ ਭਰਾਵਾਂ ਨੂੰ ਵਿਗਾੜ ਕੇ ਜ਼ਰੂਰ ਆਉਂਦੀ ਹੋਵੇਗੀ ਕਿ ਉਸ ਨੂੰ ਠੀਕ ਕਰਕੇ ਯਾਨੀ ਕੁੱਟ ਕੇ ਆਵੋ। ਇਸ ਕਰਕੇ ਹੀ ਤਿੰਨੋਂ ਭਰਾ ਬੰਤੀ ਦੇ ਮਜਬੂਰ ਕਰਨ ਕਰਕੇ ਸਲਾਹ ਨਾਲ ਹੀ ਇੱਥੇ ਇਕੱਠੇ ਆਏ ਹੋਣ। ਜਿਵੇਂ ਕਹਿੰਦੇ ਨੇ ਨਾ ਕਿ ਘਰ ਦੇ ਜੰਮਿਆਂ ਦੇ ਦੰਦ ਨਹੀਂ ਗਿਣੀਦੇ, ਘਰ ਵਾਲਿਆਂ ਨੂੰ ਵੈਸੇ ਹੀ ਪਤਾ ਹੁੰਦਾ ਹੈ ਕਿ ਕਿੰਨੀ ਉਮਰ ਹੈ। ਇਸੇ ਤਰ੍ਹਾਂ ਮੇਰੀ ਪਤਨੀ ਦੇ ਭਰਾਵਾਂ ਨੂੰ ਸਾਰਾ ਪਤਾ ਸੀ ਕਿ ਭੈਣ ਜ਼ਿੱਦੀ ਹੈ ਤੇ ਉਹ ਵਿਆਹ ਤੋਂ ਪਿੱਛੋਂ ਘਰ ਵਿੱਚ ਕਲੇਸ਼ ਰੱਖਦੀ ਸੀ ਤੇ ਵਿਆਹ ਤੋਂ ਮਗਰੋਂ ਉਸ ਨੇ ਸਹੁਰੇ ਘਰ ਨੂੰ ਦਿਨ ਵੇਲੇ ਤਾਰੇ ਦਿਖਾਏ ਤੇ ਨਾਨਕੇ ਚੇਤੇ ਕਰਾਏ ਹੋਏ ਹਨ। ਇਸ ਗੱਲ ਦਾ ਸਭ ਨੂੰ ਪਤਾ ਸੀ। ਆਂਢੀਆਂ ਗੁਆਂਢੀਆਂ ਨੂੰ ਵੀ, ਪਿੰਡ ਸੁੰਨੜੀ ਤੇ ਕਾਲਮੀ ਵੀ ਪਤਾ ਸੀ। ਫਿਰ ਪਤਨੀ ਦੇ ਭਰਾਵਾਂ ਨੂੰ ਸਾਡੇ ਘਰ ਸੋਟੇ ਲੈ ਕੇ ਨਹੀਂ ਆਉਣਾ ਚਾਹੀਦਾ ਸੀ। ਉਹਨਾਂ ਤਿੰਨਾਂ ਭਰਾਵਾਂ ਜਿਵੇਂ ਨਿਰਮਲ ਸਿੰਘ ਉਰਫ ਅੰਬੂ, ਬਿੱਕਰ ਸਿੰਘ ਤੇ ਕੇਵਲ ਸਿੰਘ ਦਾ ਫਰਜ਼ ਸੀ ਕਿ ਆਪਣੀ ਭੈਣ ਨੂੰ ਨੇੜੇ ਸੱਦ ਕੇ ਕਹਿੰਦੇ ਕਿ ਤੇਰੇ ਜ਼ਿੱਦੀ ਤੇ ਕਲੇਸ਼ੀ ਸੁਭਾਅ ਕਰਕੇ ਸਾਡੀ ਵੀ ਬਦਨਾਮੀ ਹੁੰਦੀ ਹੈ। ਲੋਕ ਕਹਿੰਦੇ ਹੋਣਗੇ ਕਿ ਇਹ ਕਿਹੋ ਜਿਹੇ ਮਾਪਿਆਂ ਦੀ ਧੀ ਹੈ ਤੇ ਕਿਹੋ ਜਿਹੇ ਭਰਾਵਾਂ ਦੀ ਭੈਣ ਹੈ। ਇਸ ਕਰਕੇ ਤੂੰ ਬਦਮਾਸ਼, ਲੁੱਚੇ ਲੰਡੇ ਤੇ ਮਾੜੇ ਰਿਸ਼ਤੇਦਾਰ ਨਾ ਬਣਾ। ਸਾਡੀ ਇੱਜ਼ਤ ਰੱਖ। ਲੋਕ ਕਹਿਣਗੇ ਇਸ ਦੇ ਮਾਪੇ ਇਸ ਨੂੰ ਵਿਗਾੜਦੇ ਹਨ। ਜੇ ਤੂੰ ਅਗਾਂਹ ਵੀ ਇਸੇ ਤਰ੍ਹਾਂ ਕਰਨਾ ਤਾਂ ਅੱਗੇ ਵਾਸਤੇ ਅਸੀਂ ਤੇਰੇ ਘਰ ਨਹੀਂ ਆ ਸਕਾਂਗੇ ਤੇ ਤੂੰ ਵੀ ਸਾਡੀ ਕੁਝ ਨਹੀਂ ਲੱਗਦੀ ਤੇ ਤੂੰ ਸਾਡੇ ਘਰ ਯਾਨੀ ਪੇਕੇ ਅਗਾਂਹ ਵਾਸਤੇ ਆਉਣਾ ਵੀ ਨਹੀਂ ਹੈ। ਜੇ ਤੂੰ ਸਾਡੀ ਬੀਬੀ ਭੈਣ ਹੈ ਤਾਂ ਹੁਣ ਪਹਿਲੀਆਂ ਮਾੜੀਆਂ ਆਦਤਾਂ ਬਦਲੀ ਕਰ ਲੈ। ਹੋ ਸਕਦਾ ਕਿ ਇਸ ਤਰ੍ਹਾਂ ਕਹਿਣਾ ਬਲਵੰਤ ਕੌਰ ਡਰ ਕੇ ਚੰਗਾ ਸੋਚ ਲੈਂਦੀ, ਪਰ ਮੇਰੀ ਪਤਨੀ ਦੇ ਭਰਾ ਇਸ ਤਰ੍ਹਾਂ ਨਹੀਂ ਕਹਿ ਸਕੇ, ਜਿਸ ਕਰਕੇ ਬਲਵੰਤ ਕੌਰ ਆਪਣੀ ਉਮਰ ਦੇ ਆਖਰੀ ਦਿਨ ਤੱਕ ਕਲੇਸ਼ੀ ਸੁਭਾਅ ਨੂੰ ਬਦਲ ਨਹੀਂ ਸਕੀ ਸੀ। ਜਿਵੇਂ ਕਿਹਾ ਜਾਂਦਾ ਕਿ ਰੱਸੀ ਜਲ ਗਈ ਯਾਨੀ ਰੁੱਸ ਗਈ, ਪਰ ਉਸ ਦੇ ਵੱਟ ਉਸੇ ਤਰ੍ਹਾਂ ਹੀ ਦਿਸਦੇ ਰਹਿੰਦੇ ਨੇ। ਜੀਵਨ ਸਾਥੀ ਕਿਹੋ ਜਿਹਾ ਹੋਣਾ ਚਾਹੀਦਾ ਹੈ? ਰੋਹੀ ਦਾ ਫੁੱਲ ਇਸ ਕਿਤਾਬ ਦੇ ਇਸ ਅਧਿਆਇ ਵਿੱਚ ਜੋ ਲਿਖਿਆ ਗਿਆ ਉਹ ਮੇਰੇ ਵੱਲੋਂ ਮੇਰੀ ਪਤਨੀ ਦੀ ਸ਼ਿਕਾਇਤ ਪਾਠਕਾਂ ਤੱਕ ਪਹੁੰਚਾਉਣਾ ਨਹੀਂ ਹੈ। ਇਹ ਤਾਂ ਸਿਰਫ ਮੇਰੀ ਹੱਡ ਬੀਤੀ ਹੈ ਜੋ ਪਾਠਕਾਂ ਤੱਕ ਪਹੁੰਚਾਈ ਗਈ ਹੈ। ਲੜਾਈ ਝਗੜਾ ਹੋਣਾ ਤਾਂ ਜ਼ਰੂਰੀ ਹੁੰਦਾ ਹੈ ਜੋ ਪਤੀ ਪਤਨੀ ਦੇ ਸਬੰਧਾਂ ਨੂੰ ਜੋੜੀ ਰੱਖਦਾ ਹੈ। ਦੋ ਬਰਤਨ ਵੀ ਆਪਸ ਵਿੱਚ ਖੜਕ ਸਕਦੇ ਹਨ, ਪਰ ਇਹ ਰਾਹ ਦਾ ਖੜਕਣਾ ਜ਼ਰੂਰੀ ਹੁੰਦਾ ਹੈ। ਵਾਧੂ ਖੜਕਣਾ ਕੰਨਾਂ ਨੂੰ ਉਕਤਾ ਸਕਦਾ ਹੈ। ਮੈਂ ਮਰਦ ਲਿੰਗ ਨਾਲੋਂ ਔਰਤ ਲਿੰਗ ਦੀ ਜ਼ਿਆਦਾ ਕਦਰ ਕਰ ਜਾਂਦਾ ਹਾਂ,
ਪਤਾ ਨਹੀਂ ਮੇਰੇ ਕੋਲੋਂ ਭਾਵੇਂ ਬੰਦਾ ਰੋਂਦਾ ਨਹੀਂ ਚੱਲਿਆ ਜਾਂਦਾ, ਪਰ ਔਰਤ ਨੂੰ ਦੁਖੀ ਤੇ ਰੋਂਦੀ ਵੇਖ ਕੇ ਮੇਰੀ ਰੂਹ ਕੰਬ ਉੱਠਦੀ ਹੈ। ਤਰਸ ਆ ਜਾਂਦਾ ਹੈ। ਹੋ ਸਕਦਾ ਕਿ ਸਾਡੇ ਪਰਿਵਾਰ ਵਿੱਚੋਂ ਪਹਿਲੋਂ ਇਸਤਰੀ ਲਿੰਗ ਦੀ ਰਹੀ ਘਾਟ ਕਰਕੇ ਸੀ। ਮੈਂ ਸੋਚਦਾ ਛੋਟੀ ਮੋਟੀ ਗਲਤੀ ਹੋ ਗਈ, ਮਗਰੋਂ ਔਰਤ ਨੂੰ ਸਮਝਾ ਦਿੱਤਾ ਜਾਵੇ। ਕੁੱਟਣਾ ਮਾਰਨਾ ਜਾਂ ਘਰੋਂ ਕੱਢ ਦੇਣਾ ਜ਼ਰੂਰੀ ਨਹੀਂ ਹੈ, ਸਿਰਫ ਦਰੁਸਤੀ ਜ਼ਰੂਰੀ ਹੈ। ਧੀ ਭੈਣ ਐਵੇਂ ਹੀ ਘਰੋਂ ਕੱਢ ਦੇਣੀ ਠੀਕ ਨਹੀਂ ਹੈ। ਆਪਾਂ ਸਾਰੇ ਹੀ ਧੀਆਂ ਭੈਣਾਂ ਵਾਲੇ ਹੀ ਹਾਂ। ਪਤੀ ਪਤਨੀ ਦਾ ਪਿਆਰ ਦਿਲੋਂ ਹੋਣਾ ਚਾਹੀਦਾ, ਨਾ ਕਿ ਦਿਖਾਵਾ, ਠੱਗੀ ਤੇ ਧੋਖੇ ਦਾ ਦੂਸਰਾ ਰੂਪ ਹੋਣਾ ਚਾਹੀਦਾ। ਹੋਣਾ ਚਾਹੀਦਾ ਕਿ ਜਿਵੇਂ ਤੈਨੂੰ ਤਾਪ ਚੜੇ ਤੇ ਮੈਂ ਹੋਊਂਗਾ, ਤੇਰੀ ਮੇਰੀ ਇੱਕ ਜ਼ਿੰਦੜੀ ਦੇਖਣ ਨੂੰ ਅਸੀਂ ਦੋ, ਜਿਵੇਂ ਗੱਲਾਂ ਕਰਦਿਆਂ ਨਿਬੜ ਗਈ ਬਾਟ, ਬਾਤਾਂ ਪਾਉਂਦਿਆਂ ਬੁੰਦਿਆਂ ਮੁੱਕ ਗਈ ਰਾਤ। ਕਿਉਂਕਿ ਪਤੀ ਪਤਨੀ ਦੁੱਖ ਸੁੱਖ ਵੇਲੇ ਦੇ ਸਾਥੀ ਅਖਵਾਉਂਦੇ ਹੁੰਦੇ ਹਨ, ਇੱਕ ਦੂਜੇ ਦੇ ਲਈ ਹੁੰਦੇ ਹਨ। ਤਾਈਆਂ ਤੋਂ ਕਿਹਾ ਜਾਂਦਾ ਹੈ ਕਿ ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ, तेरा मेरा साथ रहे। जब कोई बात बिगड़ जाए, जब कोई मुश्किल पड़ जाए, तो देना साथ मेरा ਉਹ ਹਮਨਵਾ। ਇਵੇਂ ਬਹੁਤ ਕੁਝ ਲਿਖਿਆ ਜਾ ਸਕਦਾ ਹੈ ਜੋ ਭਾਗਾਂ ਵਾਲੇ ਪਤੀ ਪਤਨੀ ਜੋੜੇ ਦੀ ਪਛਾਣ ਬਣਦੀ ਹੈ। ਕਹਿੰਦੇ ਹਨ ਕਿ ਚੰਗੇ ਪਤੀ ਪਤਨੀ ਯਾਨੀ ਜੋੜੀ ਦੀ ਘੜਤਾ ਸਵਰਗ ਵਿੱਚ ਪਹਿਲੋਂ ਹੁੰਦੀ ਹੈ। ਜਨਮ ਉਹ ਮਗਰੋਂ ਲੈਂਦੇ ਹਨ ਜੋ ਇੱਕ ਦੂਜੇ ਨੂੰ ਖੁਸ਼ ਦੇਖ ਕੇ ਜਿਉਂਦੇ ਹੁੰਦੇ ਹਨ, ਨਹੀਂ ਤਾਂ ਮੁੱਕ ਜਾਂਦੇ ਹਨ। ਇਸ ਤੋਂ ਉਲਟ ਦਿਸ਼ਾ ਨੂੰ ਕਹਿੰਦੇ ਹਨ ਆਪਣੇ ਰਾਹ ਵਿੱਚ ਕੰਡੇ ਬੀਜਣਾ। ਜਿਉਂਦੇ ਜੀ ਰੰਡੇਪਾ ਤੱਕ ਹੀ ਹੁੰਦਾ ਹੈ। ਇਕਲਾਪੇ ਵਿੱਚ ਮੁੱਕ ਚੱਲਿਆ ਜ਼ਿੰਦਗੀ ਦਾ ਸਫ਼ਰ, ਲੰਬੀ ਬਾਟ, ਸੋਚਾਂ ਸੋਚਦਿਆਂ ਰੋਂਦਿਆਂ ਹੌਂਕਦਿਆਂ ਵਿੱਚ ਬੀਤ ਚੱਲੀ ਰਾਤ। ਜਿਉਂਦੇ ਜੀ ਭੋਗਿਆ ਰੰਡੇਪਾ, ਵਾਹਿਗੁਰੂ ਤੇਰਾ ਸ਼ੁਕਰਾਨਾ, ਤੇਰੀ ਦਾਤ। ਵਾਹਿਗੁਰੂ ਇਹ ਜ਼ੁਲਮ ਕਿਸੇ ਉੱਤੇ ਵੀ ਨਾ ਕਰੇ। ਬਾਕੀ ਦੂਜੇ ਅਧਿਆਇ ਵਿੱਚ। ਧੰਨਵਾਦ।